ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਦੇ ਵੀਕਲੀ ਸੈਸ਼ਨਸ ਦੇ ਵਿੱਚ ਗੁਰਮਤਿ ਸੈਸ਼ਨ ਦੀਆਂ ਜਿਹੜੀਆਂ ਕਲਾਸਾਂ ਚੱਲ ਰਹੀਆਂ ਨੇ ਉਹਦੇ ਅੰਦਰ ਅਸੀਂ ਬੇਸਿਕਸ ਆਫ ਗੁਰਬਾਣੀ ਦਾ ਜੋ ਟੌਪਿਕ ਹੈ ਉਹ ਬੱਚਿਆਂ ਨਾਲ ਕਵਰ ਕਰ ਰਹੇ ਹਾਂ ਪਿਛਲੇ 6-7 ਹਫ਼ਤਿਆਂ ਤੋਂ। ਉਹਦੇ ਵਿੱਚ ਅੱਜ ਜੋ ਸਾਡਾ ਟੌਪਿਕ ਸੀਗਾ, ਮੂਵਿੰਗ ਔਨ, ਲਾਸਟ ਵੀਕ ਅਸੀਂ ਜਿਹੜਾ ਹੈ ਉਹ ਡਿਫਰੈਂਟ ਟਾਈਟਲਸ ਆਫ ਗੁਰਬਾਣੀ ਜਿਹੜੇ ਨੇ ਕਵਰ ਕੀਤੇ ਸੀਗੇ, ਤੇ ਅੱਜ ਅਸੀਂ ਬੱਚਿਆਂ ਦੇ ਨਾਲ ਡਿਫਰੈਂਟ ਸਟਾਈਲਸ ਆਫ ਰਾਈਟਿੰਗ ਜਿਹੜੇ ਨੇ ਗੁਰਬਾਣੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ, ਉਹਨਾਂ ਦੇ ਵਾਸਤੇ ਉਹਨਾਂ ਨੂੰ ਸਮਝਣ ਦੇ ਲਈ ਥੋੜਾ ਜਿਹਾ ਵਿਚਾਰ ਕੀਤੀ ਹੈ। ਉਹਨੂੰ ਅਸੀਂ ਇਸ ਰਿਕਾਰਡਿੰਗ ਦੇ ਵਿੱਚ ਸਮਝਣ ਲਈ ਫਰਦਰ ਕੋਸ਼ਿਸ਼ ਕਰਦੇ ਹਾਂ। ਤੋ ਕੁਝ ਜਿਹੜੇ ਸਟਾਈਲ ਨੇ ਇਹਨਾਂ ਨੂੰ ਅਸੀਂ ਕਿਉਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਨੌਲੇਜ ਨੂੰ ਪੜ੍ਹਨਾ ਹੁੰਦਾ ਹੈ ਤਾਂ ਜੇ ਸਾਨੂੰ ਉਹਦੇ ਸਟਾਈਲ ਦੇ ਬਾਰੇ ਪਤਾ ਚੱਲ ਜਾਵੇ, ਸਾਨੂੰ ਇਹ ਗੱਲ ਦੀ ਸਮਝ ਆ ਜਾਵੇ ਕਿ ਵੀ ਇਹ ਕਿਸ ਸਟਾਈਲ ਦੇ ਵਿੱਚ ਲਿਖੀ ਗਈ ਹੈ, ਜਿੰਨੀਆਂ ਵੀ ਉਸ ਡਾਕੂਮੈਂਟ ਔਰ ਉਸ ਬਾਣੀ ਦੇ ਵਿੱਚ ਲਾਈਨਾਂ ਨੇ, ਕਿਸ ਲਾਈਨ ਤੋਂ ਬਾਅਦ ਸਬਜੈਕਟ ਚੇਂਜ ਹੋ ਸਕਦਾ ਹੈ, ਜਦੋਂ ਸਾਨੂੰ ਉਹਦੀ ਸਮਝ ਆ ਜਾਂਦੀ ਹੈ, ਉਸ ਸਟਾਈਲ ਦੀ ਸਮਝ ਆ ਜਾਂਦੀ ਹੈ, ਤਾਂ ਸਾਨੂੰ ਉਸ ਟੌਪਿਕ ਦੇ ਨਾਲ ਕਨੈਕਟ ਕਰਨਾ ਸੌਖਾ ਹੋ ਜਾਂਦਾ ਹੈ। ਇਹਨੂੰ ਅਸੀਂ ਸਮਝਦੇ ਹਾਂ ਫਰਦਰ, ਜਿਵੇਂ ਕਿ ਸਾਡੇ ਕੋਲ ਇੱਕ ਸਟਾਈਲ ਹੈਗਾ ਗੁਰਬਾਣੀ ਦੇ ਵਿੱਚ, ਉਹਨੂੰ ਅਸੀਂ ਬੋਲਦੇ ਹਾਂ ਛੰਤ। ਛੰਤ ਦੇ ਵਿੱਚ ਜੋ ਹੈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਨਰਲੀ ਜਿਹੜਾ ਸ਼ਬਦ ਹੈ ਉਹ 4 ਤੋਂ 6 ਲਾਈਨਾਂ ਦਾ ਹੈ, ਤੇ ਇਹ ਜਿਹੜਾ ਕਿਤੇ ਕਿਤੇ ਸਾਨੂੰ ਏਦਾਂ ਦੇਖਣ ਨੂੰ ਮਿਲਦਾ ਹੈ ਕਿ ਛੰਤ ਜੋ ਹੈ 1 ਜਾਂ 2 ਲਾਈਨਾਂ ਦੇ ਵਿੱਚ ਵੀ ਸਮਰਾਈਜ਼ ਕੀਤਾ ਹੋਇਆ ਹੈ, ਪਰ ਮੈਜੋਰਿਟੀ ਆਫ ਦਾ ਬਾਣੀ ਜਿਹੜਾ ਟਾਈਟਲ ਛੰਤ ਦੇ ਅੰਡਰ ਲਿਖੀ ਹੋਈ ਹੈ ਉਹ 4 ਤੋਂ 6 ਲਾਈਨਾਂ ਦੀ ਵਰਸਸ ਜਿਹੜੇ ਨੇ ਉਹ ਹੈਗੇ ਨੇ ਟੂ ਕੰਪਲੀਟ ਦੈਟ ਜਿਹੜਾ ਸ਼ਬਦ ਜਾਂ ਪੈਰਾਗ੍ਰਾਫ। ਇਸੇ ਤਰ੍ਹਾਂ ਮੂਵਿੰਗ ਔਨ, ਜਿਹੜਾ ਅਸ਼ਟਪਦੀ ਜਾਂ ਅਸ਼ਟਪਦੀਆਂ ਜਿਹੜਾ ਇੱਕ ਸਟਾਈਲ ਹੋਰ ਪੋਇਟਿਕ ਸਟਾਈਲ ਹੈ ਜੋ ਯੂਜ਼ ਕੀਤਾ ਜਾਂਦਾ ਹੈ, ਉਹਦੇ ਵਿੱਚ ਅਸੀਂ ਸਾਰੇ ਸਮਝਦੇ ਹਾਂ, ਅਸੀਂ ਸੁਖਮਨੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਅਸੀਂ ਜਿਹੜਾ ਹੈ ਉਹ ਦੇਖਦੇ ਹਾਂ ਕਿ ਜਿਹੜੀ ਪੈਰਾਗ੍ਰਾਫ ਹੈ ਉਹ 8 ਲਾਈਨਾਂ ਦਾ ਹੈ। ਇਸੇ ਤਰ੍ਹਾਂ ਜੋ ਹੈ ਫਿਰ ਚੌਪਦੇ, ਉਹਦੇ ਵਿੱਚ ਸਾਨੂੰ ਜਿਹੜੇ ਸ਼ਬਦ ਨੇ ਉਹ 4 ਪੈਰਾਗ੍ਰਾਫ ਦੇ ਮਿਲਦੇ ਨੇ। ਸੋ ਦੋਪਦੇ ਇੱਕ ਹੋਰ ਸਟਾਈਲ ਹੈ ਜਿਹਦੇ ਵਿੱਚ ਸਾਰੇ ਸ਼ਬਦ ਨੇ ਉਹ 2 ਪੈਰਾਗ੍ਰਾਫ ਦੇ। ਪੰਜਪਦੇ ਜਿਹਦੇ ਵਿੱਚ ਸ਼ਬਦ 5 ਪੈਰਾਗ੍ਰਾਫ ਦੇ। ਇਸੇ ਤਰ੍ਹਾਂ ਹੀ ਸੋਲਹੇ ਦੇ ਵਿੱਚ ਸਾਨੂੰ ਸ਼ਬਦ ਜਿਹੜੇ ਨੇ ਉਹ 16 ਪੈਰਾਗ੍ਰਾਫ ਤੇ ਲਿਖੇ ਮਿਲਦੇ ਨੇ। ਇਹ ਸਾਰੀ ਜਿਹੜੇ ਡਿਫਰੈਂਟ ਸਟਾਈਲ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਿਤੇ ਕਿਤੇ ਬਾਣੀ ਜੋ ਹੈ ਉਹ ਬੜੀ ਸ਼ਾਰਟ, ਛੋਟੀ ਤਰੀਕੇ ਨਾਲ ਲਿਖੀ ਗਈ, ਸਮਝਾਈ ਗਈ, ਟੂ ਦ ਪੁਆਇੰਟ, ਜਿਵੇਂ ਕਿ 1 ਤੁਕੇ 2 ਤੁਕੇ, ਜਿੱਥੇ ਕਿ ਪੈਰਾਗ੍ਰਾਫ ਸਿਰਫ 1 ਲਾਈਨ ਦਾ ਜਾਂ 2 ਲਾਈਨਾਂ ਦੇ ਨੇ। ਉਹ ਸਾਨੂੰ ਈਜ਼ੀ ਹੋ ਜਾਏਗਾ। ਬੱਚਿਆਂ ਦੇ ਨਾਲ ਅਸੀਂ ਅੱਜ ਜਦੋਂ ਵਿਚਾਰ ਕੀਤੇ ਤੇ ਉੱਥੇ ਸਾਨੂੰ ਕਾਫੀ ਸਾਰੇ ਕੁਐਸਚਨਸ ਤੇ ਆਨਸਰਸ ਬੱਚਿਆਂ ਨਾਲ ਡਿਸਕਸ ਕਰਨ ਨੂੰ ਮਿਲੇ, ਜਿਹਦੇ ਵਿੱਚ ਸਾਨੂੰ ਸਮਝ ਆਇਆ ਕਿ ਵੀ ਗੁਰਬਾਣੀ ਨੇ ਟੂ ਦ ਪੁਆਇੰਟ ਮੈਸੇजेस ਵੀ ਦਿੱਤੇ ਨੇ ਸਾਨੂੰ ਆਪਣੇ ਜੀਵਨ ਵਿੱਚ ਜੀਣ ਦੇ ਲਈ, ਤੇ ਕਿਤੇ ਕਿਤੇ ਉਹਨਾਂ ਮੈਸੇजेस ਨੂੰ ਐਕਸਪੈਂਡ ਕਰਕੇ ਫਰਦਰ ਪੈਰਾਗ੍ਰਾਫਸ ਦੇ ਵਿੱਚ ਵੀ ਸਾਨੂੰ ਸਮਝਾਇਆ, ਡੀਟੇਲਡ ਨੌਲੇਜ ਦਿੱਤੀ ਹੈ ਕਿ ਕਿਸੇ ਸਬਜੈਕਟ ਨੂੰ ਜੇ ਹੋਰ ਫਰਦਰ ਸਮਝਣਾ ਹੋਵੇ ਤਾਂ ਫਿਰ ਅਸੀਂ ਉਹ ਉਸ ਤਰ੍ਹਾਂ ਸਮਝ ਸਕਦੇ ਹਾਂ, ਜਾਂ ਕਿਸੇ ਟੌਪਿਕ ਨੂੰ ਕਵਰ ਕਰਨ ਦੇ ਲਈ ਹੋਰ ਜ਼ਿਆਦਾ ਡੀਟੇਲ ਚਾਹੀਦੀ ਹੈ ਤਾਂ ਉਹਨੂੰ ਲੰਬਾ ਕਰਕੇ ਵੀ ਲਿਖਿਆ ਗਿਆ ਹੈ। ਤਾਂ ਇਸ ਤਰ੍ਹਾਂ ਇੱਕ ਹੋਰ ਸਟਾਈਲ ਹੈਗਾ ਵਾਰ, ਜਿਵੇਂ ਕਿ ਆਸਾ ਕੀ ਵਾਰ ਜਦੋਂ ਅਸੀਂ ਪੜ੍ਹਦੇ ਹਾਂ ਉੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਇਹਦੇ ਵਿੱਚ ਕੰਬੀਨੇਸ਼ਨ ਹੈਗਾ ਸ਼ਲੋਕ ਤੇ ਪੌੜੀਆਂ ਦਾ। ਸੋ ਇਹ ਜਿਵੇਂ ਆਸਾ ਕੀ ਵਾਰ ਦੇ ਵਿੱਚ 24 ਪੌੜੀਆਂ ਨੇ ਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਸ਼ਲੋਕ ਨੇ ਹਰੇਕ ਪੌੜੀ ਤੋਂ ਪਹਿਲਾਂ ਲਿਖੇ ਗਏ ਨੇ। ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਵੀ ਜਿਹੜੇ ਸ਼ਲੋਕ ਨੇ ਉਹ ਪਹਿਲਾਂ ਪੜ੍ਹ ਕੇ ਜਦੋਂ ਅਸੀਂ ਪੌੜੀ ਪੜ੍ਹਦੇ ਹਾਂ ਤਾਂ ਪੌੜੀ ਜਿਹੜੀ ਆ ਉਹ ਜਿਹੜਾ ਸਮਰੀ ਹੁੰਦੀ ਹੈ ਸ਼ਲੋਕਾਂ ਦੇ ਬਾਰੇ, ਉਹ ਸਾਨੂੰ ਸਮਝਾਇਆ ਗਿਆ ਕਿ ਸ਼ਲੋਕ ਦੇ ਵਿੱਚ ਜੋ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ ਉਹਨੂੰ ਸਮਰਾਈਜ਼ ਕੀਤਾ ਗਿਆ ਪੌੜੀ ਦੇ ਵਿੱਚ, ਤਾਂ ਕਿ ਸਾਨੂੰ ਸਮਝ ਆ ਜਾਏ ਕਿ ਇੱਥੇ ਇੱਕ ਸਬਜੈਕਟ ਜਿਹੜਾ ਉਹ ਕੰਪਲੀਟ ਹੋ ਗਿਆ। ਦੈਨ ਅਗੇਨ ਫਰਦਰ ਸੈਕੰਡ ਸ਼ਲੋਕ ਤੇ ਉਹ ਪੌੜੀ ਜੋ ਹੈ ਉਹ ਫਿਰ ਫਰਦਰ ਸ਼ੁਰੂ ਹੋ ਜਾਂਦੇ ਨੇ। ਇਹਨੂੰ ਅਸੀਂ ਹੋਰ ਸਮਝਣ ਦੇ ਲਈ ਫਿਰ ਕੁਝ ਜਿਹੜੇ ਨੇ ਇਹ ਸਕਰੀਨਸ਼ਾਟ ਜਿਹੜੇ ਨੇ ਐਪਲੀਕੇਸ਼ਨ ਦੇ ਵਿੱਚੋਂ ਦੀ ਲਏ। ਸੋ ਸਟਾਈਲਸ ਨੂੰ ਫਰਦਰ ਐਕਸਪਲੇਨ ਕਰਨ ਦੇ ਲਈ ਅਸੀਂ ਦੇਖ ਪਾ ਰਹੇ ਹਾਂ ਕਿ ਵੀ ਸਾਡੇ ਕੋਲ ਸਕਰੀਨ ਦੇ ਉੱਤੇ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਛੰਤ, ਇਹਦੇ ਵਿੱਚ ਅਸੀਂ ਸਮਝਿਆ ਕਿ ਵੀ ਅਸੀਂ ਦੇਖਦੇ ਹਾਂ ਐਟ ਦ ਐਂਡ ਆਫ ਈਚ ਲਾਈਨ ਸਾਡੇ ਕੋਲ 2 ਸਟ੍ਰੇਟ ਲਾਈਨਸ ਹੈਗੀਆਂ ਨੇ, ਜਿਹਦਾ ਮਤਲਬ ਹੈ ਕਿ ਇੱਥੇ ਇਹ ਵਾਲੀ ਵਰਸ, ਇਹ ਵਾਲੀ ਲਾਈਨ ਖਤਮ ਹੋ ਗਈ ਹੈ, ਪਰ ਜਦੋਂ ਅਸੀਂ ਦੇਖਦੇ ਹਾਂ ਕਿ 6 ਲਾਈਨਸ ਜਿੱਥੇ ਕੰਪਲੀਟ ਹੁੰਦੀਆਂ ਉੱਥੇ ਇੱਕ ਨੰਬਰ 1 ਸਾਨੂੰ ਦੇਖਣ ਨੂੰ ਮਿਲ ਰਿਹਾ ਸਕਰੀਨ ਤੇ, ਜਿਸ ਦਾ ਮਤਲਬ ਇਹ ਹੈ
ਕਿ ਇਹ ਹੁਣ 6 ਲਾਈਨਾਂ ਤੋਂ ਬਾਅਦ ਫਸਟ ਜੋ ਪੈਰਾਗ੍ਰਾਫ ਹੈ ਉਹ ਕੰਪਲੀਟ ਹੋ ਗਿਆ ਹੈ ਅੰਡਰ ਸ਼੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਛੰਤ। ਸੋ ਜਿੰਨੇ ਵੀ ਇਹਦੇ ਵਿੱਚ ਸਾਨੂੰ ਪੈਰਾਗ੍ਰਾਫ ਇਸ ਬਾਣੀ ਦੇ ਅੰਦਰ ਇਸ ਸਟਾਈਲ ਦੇ ਅੰਦਰ ਦੇਖਣ ਨੂੰ ਮਿਲਣਗੇ ਉਹ 6 ਲਾਈਨਸ ਦੇ ਪੈਰਾਗ੍ਰਾਫ ਹੋਣਗੇ। ਸਿਮਿਲਰਲੀ ਰਾਈਟ ਸਾਈਡ ਤੇ ਜੋ ਸਕਰੀਨ ਤੇ ਅਸੀਂ ਦੇਖ ਪਾ ਰਹੇ ਹਾਂ ਰਾਗ ਗੌੜੀ ਗੁਆ ਰੇਰੀ ਮਹੱਲਾ ਤੀਜਾ ਅਸ਼ਟਪਦੀਆਂ। ਇਹਦੇ ਵਿੱਚ ਅਗੇਨ ਅਸੀਂ ਨੋਟਿਸ ਕੀਤਾ ਕਿ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਔਰ ਅੱਠਵਾਂ 8 ਨੰਬਰ ਤੋਂ ਬਾਅਦ ਸਾਡੇ ਕੋਲ ਨੰਬਰ 1 ਫਿਰ ਐਗਜ਼ਿਸਟ ਕਰਦਾ ਹੈ। ਮੀਨਸ ਕਿ ਪਹਿਲੀ ਲਾਈਨ ਦੂਜੀ ਲਾਈਨ ਤੀਜੀ ਲਾਈਨ ਇਦਾਂ ਹੀ 8 ਲਾਈਨਾਂ ਕੰਪਲੀਟ ਹੋਣ ਤੋਂ ਬਾਅਦ ਫਸਟ ਪੈਰਾਗ੍ਰਾਫ ਜੋ ਹੈ ਇਸ ਬਾਣੀ ਦਾ ਉਹ ਕੰਪਲੀਟ ਹੋ ਗਿਆ। ਇਹ ਸੀਕੁਐਂਸ ਫਿਰ ਇਦਾਂ ਹੀ ਸੋ ਔਨ ਚੱਲੀ ਚਲੇਗੀ। 8 ਤੋਂ ਬਾਅਦ ਫਿਰ ਨੰਬਰ 2 ਆਏਗਾ ਜਾਂ 3 ਆਏਗਾ ਡਿਪੈਂਡਿੰਗ ਅਪਨ ਉਹ ਬਾਣੀ ਕਿੰਨੀ ਲੰਬੀ ਹੈ। ਸੋ ਇਸ ਤਰ੍ਹਾਂ ਹੀ ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ। ਸੋ ਚੌਥੇ ਪਾਤਸ਼ਾਹ ਦੀ ਬਾਣੀ ਹੈ। ਅਸੀਂ ਦੇਖਦੇ ਹਾਂ ਇਹਦੇ ਵਿੱਚ ਚੌਪ ਦੇ 4 ਲਾਈਨਾਂ ਦਾ ਜੋ ਹੈ ਉਹ ਪੈਰਾਗ੍ਰਾਫ ਹੈ। ਇਹਨੂੰ ਵੀ ਅਸੀਂ ਸਮਝਿਆ ਕਿ ਕਿੱਦਾਂ ਅਸੀਂ ਸੀਰੀਜ਼ ਨੂੰ ਚੈੱਕ ਕੀਤਾ ਕਿ ਵੀ ਕਿੱਦਾਂ ਇੱਕ ਇੱਕ ਲਾਈਨ ਤੋਂ ਬਾਅਦ ਉਹਦੀ ਨੰਬਰਿੰਗ ਹੋਈ ਫਿਰ ਨੰਬਰ 4 ਤੋਂ ਬਾਅਦ ਇੱਕ ਨੰਬਰ 1 ਆ ਗਿਆ ਤਾਂ ਕਿ ਇਸ ਬਾਣੀ ਇਸ ਟਾਈਟਲ ਦੇ ਅੰਡਰ ਚੌਥੇ ਪਾਤਸ਼ਾਹ ਨੇ 4 ਲਾਈਨਾਂ ਦੇ ਪੈਰਾਗ੍ਰਾਫ ਨੂੰ ਐਕਸਪਲੇਨ ਕੀਤਾ। ਹੁਣ ਫਿਰ ਗੌੜੀ ਕਬੀਰ ਜੀ ਦੁਪਦੇ ਇਹ ਵੀ ਇੱਕ ਸਟਾਈਲ ਸੀਗਾ ਜਿਹੜਾ ਕਿ ਅਸੀਂ ਪਿਛਲੀ ਸਲਾਈਡ ਦੇ ਵਿੱਚ ਹੁਣੇ ਪੜ੍ਹਿਆ। ਉਹਦੇ ਵਿੱਚ 2-2 ਲਾਈਨਾਂ ਦੇ ਜਿਹੜੇ ਨੇ ਉਹ ਸ਼ਬਦ ਲਿਖੇ ਗਏ ਨੇ 2-2 ਲਾਈਨਾਂ ਦਾ ਪੈਰਾਗ੍ਰਾਫ ਹੈ। ਇਹਦੇ ਵਿੱਚ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ ਜੋ ਅਸੀਂ ਅੱਜ ਬੱਚਿਆਂ ਨਾਲ ਡਿਸਕਸ ਕੀਤੀ ਕਿ ਜਿੱਥੇ ਰਹਾਉ ਦੀ ਪੰਕਤੀ ਆ ਰਹੀ ਹੈ ਉਸ ਪੰਕਤੀ ਨੂੰ ਇੱਕ ਲਾਈਨ ਜਿਹੜੀ ਹੈ ਉਹ ਇੱਕ ਨੰਬਰ ਲਿਖਿਆ ਹੋਇਆ ਹੈ। ਸੋ ਜਿੱਥੇ ਵੀ ਰਹਾਉ ਦੀ ਪੰਕਤੀ ਆਏਗੀ ਉਹਦਾ ਨੰਬਰ 1 ਹੋਏਗਾ ਹਮੇਸ਼ਾ ਕਿਉਂਕਿ ਰਹਾਉ ਅਸੀਂ ਸਮਝਦੇ ਹਾਂ ਕਿ ਸੈਂਟਰਲ ਆਈਡੀਆ ਹੈਗਾ ਸ਼ਬਦ ਦਾ ਉਹ ਹਮੇਸ਼ਾ ਹੀ ਇੱਕ ਨੰਬਰ ਨਾਲ ਲਿਖਿਆ ਹੋਏਗਾ। ਜਿਵੇਂ ਕਿ ਕੌੜੀ ਕਬੀਰ ਜੀ ਦੁਪਦੇ ਸ਼ਬਦ ਹੈ ਜੋ ਉਹਦੇ ਵਿੱਚ ਅਸੀਂ ਦੇਖਦੇ ਹਾਂ ਪਹਿਲੀ ਲਾਈਨ ਤੋਂ ਬਾਅਦ ਜੋ ਨੰਬਰ 1 ਲਿਖਿਆ ਹੈ ਉਹ ਫਿਰ ਦੁਬਾਰਾ ਨੰਬਰ 1 ਰਹਾਉ ਦੀ ਪੰਕਤੀ ਦੇ ਨਾਲ ਲਿਖਿਆ ਹੈ। ਸੋ ਉਹਦਾ ਜਿਹੜਾ ਸੈਂਟਰਲ ਆਈਡੀਆ ਹੈ ਜਿਹੜਾ ਬਰੀਫ ਹੈਗਾ ਉਹਦੀ ਸਮਰੀ ਹੈ ਜੋ ਇਸ ਲਾਈਨ ਦੇ ਵਿੱਚ ਐਗਜ਼ਿਸਟ ਕਰਦੀ ਹੈ ਫਿਰ ਉਸ ਤੋਂ ਬਾਅਦ ਨੰਬਰ 2 ਆ ਜਾਂਦਾ ਤੇ ਇਸ ਤਰ੍ਹਾਂ ਉਹ ਸ਼ਬਦ ਪੂਰਾ ਕੰਪਲੀਟ ਪੈਰਾਗ੍ਰਾਫ ਹੈ ਜਿਹੜਾ ਉਹ ਕੰਪਲੀਟ ਹੁੰਦਾ ਹੈ। ਇਹਨੂੰ ਅਸੀਂ ਹੋਰ ਜਿਹੜੇ ਹੈ ਆਪਾਂ ਪਹਿਲੀ ਸਲਾਈਡ ਦੇ ਵਿੱਚ ਜਿਹੜੇ ਸ਼ਬਦ ਜਾਂ ਜਿਹੜੇ ਸਟਾਈਲ ਪੜ੍ਹੇ ਨੇ ਇਸੇ ਪ੍ਰਕਾਰ ਅਸੀਂ ਪੰਚਪਦੇ ਗੌੜੀ ਕਬੀਰ ਜੀ ਪੰਚਪਦੇ ਇਸ ਤਰ੍ਹਾਂ ਹੀ ਆਸਾ ਮਹੱਲਾ ਪੰਜਵਾਂ 2 ਤੁਕੇ 9ਵਾਂ ਜਾਂ ਆਸਾ ਮਹੱਲਾ ਪੰਜਵਾਂ 1 ਤੁਕੇ ਦੂਜਾ ਇਹ ਸਾਰੇ ਜਿਹੜੇ ਨੇ ਅਸੀਂ ਸ਼ਬਦ ਅੱਜ ਐਗਜ਼ਾਮਪਲ ਦੇ ਤੌਰ ਤੇ ਲੈ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਗੁਰਬਾਣੀ ਦੇ ਵਿੱਚ ਜਿਹੜੇ ਬਹੁਤ ਹੀ ਵੱਖਰੇ ਤਰ੍ਹਾਂ ਦੇ ਸਟਾਈਲ ਦੇ ਨਾਲ ਉਹਨੂੰ ਸਟਰਕਚਰ ਕੀਤਾ ਗਿਆ ਉਹਨੂੰ ਲਿਖਿਆ ਗਿਆ ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ ਕਿ ਸਾਨੂੰ ਇਹ ਨੰਬਰਿੰਗ ਪੜ੍ਹਨੀ ਆ ਜਾਵੇ ਤਾਂ ਸਾਡੇ ਵਾਸਤੇ ਇਹ ਬਹੁਤ ਸੌਖਾ ਹੋ ਜਾਏਗਾ ਗੁਰਬਾਣੀ ਨਾਲ ਕਨੈਕਟ ਕਰਨਾ ਗੁਰਬਾਣੀ ਤੋਂ ਸਿੱਖਿਆ ਲੈਣਾ ਕਿਉਂਕਿ ਅਸੀਂ ਜਦੋਂ ਗੁਰਬਾਣੀ ਨੂੰ ਪੜਾਂਗੇ ਗੁਰਬਾਣੀ ਤੋਂ ਸਿੱਖਿਆ ਲਵਾਂਗੇ ਇਹ ਨੰਬਰਿੰਗ ਔਰ ਟਾਈਟਲ ਔਰ ਸਟਾਈਲ ਜਾਂ ਸਟਰਕਚਰ ਇਹ ਸਾਡੇ ਵਾਸਤੇ ਬੜਾ ਇੰਪੋਰਟੈਂਟ ਹੈ। ਸਾਨੂੰ ਗਿਆਨ ਲੈਣਾ ਆ ਜਾਵੇਗਾ ਜੇ ਅਸੀਂ ਇਸ ਸਟਰਕਚਰ ਨੂੰ ਸਮਝ ਪਾਈਏ ਔਰ ਇਹਦੇ ਨਾਲ ਫਿਰ ਅਸੀਂ ਆਪਣੀ ਗੁਰਬਾਣੀ ਨੂੰ ਜਦੋਂ ਵੀ ਪੜਾਂਗੇ ਸਾਡੇ ਵਾਸਤੇ ਲਾਈਫ ਹੋਰ ਸੌਖੀ ਹੋ ਜਾਏਗੀ। ਇਸ ਜਿਹੜਾ ਸੈਸ਼ਨ ਨੂੰ ਅਸੀਂ ਸਮਰਾਈਜ਼ ਕੀਤਾ ਕਿ ਵੀ ਜਿੰਨੇ ਵੀ it's the different style of documenting the message that brings a lot of variety to Gurbani and helps people with different type of emotional maturity to connect with it. So ਇਹ ਜਿਹੜੇ different style ਸੀਗੇ ਕਿ ਅਸੀਂ ਇਦਾਂ ਸਮਝਦੇ ਹਾਂ ਕਿ ਹਰੇਕ ਇਨਸਾਨ ਹਰੇਕ ਇੰਡੀਵਿਜੂਅਲ ਇੱਕ different lifestyle ਜੀ ਰਿਹਾ ਹੈ different situations ਦੇ ਵਿੱਚੋਂ ਦੀ ਆਪਣੇ ਜੀਵਨ ਨੂੰ ਲੰਘ ਰਿਹਾ ਹੈ ਉਹ ਹਰ ਤਰ੍ਹਾਂ ਦੇ ਮੇਰਾ ਇਮੋਸ਼ਨਲ ਸਟੇਟ ਕੀ ਹੈ ਮੈਂ ਕਿੱਦਾਂ ਦਾ ਜੀਵਨ ਜੀ ਰਿਹਾ ਉਹ ਹਰ ਚੀਜ਼ ਨੂੰ ਹਰ ਐਸਪੈਕਟ ਨੂੰ ਕਵਰ ਕੀਤਾ ਗਿਆ ਬਾਈ ਡਾਕੂਮੈਂਟਿੰਗ ਇਟ ਫਰੋਮ ਆਲ ਡਿਫਰੈਂਟ ਸਟਾਈਲਸ ਸਾਰੇ ਡਿਫਰੈਂਟ ਤਰ੍ਹਾਂ ਦੇ 1 ਤੁਕੇ 2 ਤੁਕੇ 5 ਪਦੇ 4 ਪਦੇ ਕਿਸੇ ਬੰਦੇ ਨੂੰ 1 ਤੁਕੇ ਟੂ ਦਾ ਪੁਆਇੰਟ ਪੜ੍ਹ ਕੇ ਬਾਣੀ ਸਮਝ ਆ ਰਹੀ ਹੈ ਕਿਸੇ ਨੂੰ ਡੀਟੇਲ ਪੜ੍ਹ ਕੇ ਸਮਝ ਆ ਰਹੀ ਹੈ ਇਹ ਸਾਰਾ ਜਿਹੜਾ ਹੈ
ਡਿਫਰੈਂਟ ਸਟਾਈਲਸ ਨੂੰ ਡਾਕੂਮੈਂਟ ਕਰਕੇ ਸਾਨੂੰ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ। So variety of examples from the real world to help understand the message of Jyot, a good voice, and relate to the messages. ਹੁਣ ਰੀਅਲ ਵਰਲਡ ਦੇ ਐਗਜ਼ਾਮਪਲਸ ਜੋ ਉਹਨਾਂ ਨੇ ਉਸ ਵੇਲੇ ਫੇਸ ਕੀਤੇ, ਐਕਸਪੀਰੀਅੰਸ ਕੀਤੇ, ਉਹਨਾਂ ਸਾਰਿਆਂ ਨੂੰ ਬੜੇ ਹੀ ਡਿਫਰੈਂਟ ਐਂਗਲਸ ਤੋਂ ਡਾਕੂਮੈਂਟ ਕੀਤਾ। ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਐਕਸਪੀਰੀਅੰਸ ਕੀਤੀਆਂ, ਤਾਂ ਕਿ ਅੱਜ ਸਾਡੇ ਵਰਗੇ ਲੋਕ ਜੋ ਗੁਰਬਾਣੀ ਨੂੰ ਪੜ੍ਹ ਰਹੇ ਨੇ, ਗੁਰਬਾਣੀ ਤੋਂ ਸਿੱਖਿਆ ਲੈ ਰਹੇ ਨੇ, ਉਹਨਾਂ ਨੂੰ ਹਰੇਕ ਤਰ੍ਹਾਂ ਦੇ ਐਸਪੈਕਟ ਤੋਂ, ਹਰੇਕ ਤਰ੍ਹਾਂ ਦੇ ਐਂਗਲ ਤੋਂ ਗੱਲ ਸਮਝ ਆ ਜਾਵੇ। Different poetic styles and themes of Bani add diversity and help people connect to the message of Gurbani. So and then ਜਿਹੜੇ different poetic styles ਵੀ add ਕੀਤੇ ਗਏ just to make sure ਕਿ ਸਾਨੂੰ ਜਿਹੜੀ ਹੈ, ਕਿਉਂਕਿ ਜਿਨ੍ਹਾਂ ਨੇ ਵੀ ਉਹ ਬਾਣੀ ਲਿਖੀ ਉਹਨਾਂ ਨੇ ਆਪਣੇ ਆਪਣੇ ਸਟਾਈਲ ਦੇ ਵਿੱਚ ਲਿਖੀ। ਸੋ ਉਹ ਇਸੀ ਡਾਇਵਰਸਿਟੀ ਨੂੰ ਰਿਸਪੈਕਟ ਕਰਦਿਆਂ ਹੋਇਆ, ਇਸੀ ਚੀਜ਼ ਨੂੰ ਅੰਡਰਸਟੈਂਡ ਕਰਦਿਆਂ ਹੋਇਆ ਕਿ ਉਹ ਦੁਨੀਆ ਦੇ ਜਾਂ ਉਸ ਰੀਜਨ ਦੇ ਕਿੰਨੀ ਦੂਰ ਵਾਸਟ ਤੱਕ ਗੁਰੂ ਨਾਨਕ ਸਾਹਿਬ ਨੇ ਟਰੈਵਲ ਕਰਕੇ ਉਸ ਬਾਣੀ ਨੂੰ ਇਕੱਠਾ ਕੀਤਾ, ਉਹਨੂੰ ਡਾਕੂਮੈਂਟ ਕੀਤਾ, ਤਾਂ ਕਿ ਜਿਹੜਾ ਕੋਈ ਵੀ ਇੱਕ ਗੁਰਬਾਣੀ ਤੋਂ ਗਿਆਨ ਲੈਣਾ ਚਾਹੁੰਦਾ ਹੈ, ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸਕਿਊਜ਼ ਨਾ ਰਵੇ, ਉਹਦੇ ਵਾਸਤੇ ਲਾਈਫ ਈਜ਼ੀ ਹੋ ਜਾਵੇ। ਸੋ ਦਿਸ ਡਾਇਵਰਸਿਟੀ ਇਜ਼ ਯੂਨੀਕ ਟੂ ਗੁਰਬਾਣੀ and has enabled people from various countries, backgrounds, religions, culture to connect with Gurbani and learn from it. So ਇਸੇ ਤਰ੍ਹਾਂ ਹੀ ਅਸੀਂ ਸਮਝਦੇ ਹਾਂ ਕਿ ਇਹ ਜੋ ਬੜਾ ਹੀ ਯੂਨੀਕ ਤਰੀਕੇ ਦੇ ਨਾਲ ਗੁਰਬਾਣੀ ਚ ਡਾਇਵਰਸਿਟੀ ਨੂੰ, ਡਾਈਵਰਸ ਐਸਪੈਕਟਸ ਨੂੰ ਕਵਰ ਕੀਤਾ ਗਿਆ ਹੈ, ਹਰ ਤਰ੍ਹਾਂ ਦੇ ਐਕਸਪੀਰੀਅੰਸ ਨੂੰ ਡਾਕੂਮੈਂਟ ਕੀਤਾ ਗਿਆ, ਹਰੇਕ ਲੈਂਗੁਏਜ, ਹਰੇਕ ਕਲਚਰ ਦੇ ਵਿੱਚੋਂ ਦੀ ਉਹ ਐਗਜ਼ਾਮਪਲਸ ਨਿਕਲੀਆਂ। ਸੋ ਅੱਜ ਜਿਹੜਾ ਵੀ ਇੱਕ ਟਰੂ ਸੀਕਰ ਹੋਏਗਾ, ਜਿਹੜਾ ਕਿ ਗੁਰਬਾਣੀ ਨੂੰ ਇਸ ਕਰਕੇ ਪੜ੍ਹ ਰਿਹਾ ਹੈ ਕਿ ਉਹ ਗੁਰਬਾਣੀ ਤੋਂ ਗਿਆਨ ਲੈ ਕੇ ਆਪਣੇ ਜੀਵਨ ਨੂੰ ਸਵਾਰਨਾ ਚਾਹੁੰਦਾ ਹੈ, ਉਹ ਆਪਣੇ ਮਨੁੱਖਾ ਜਨਮ ਦੇ ਉਦੇਸ਼ ਨੂੰ ਪੂਰਾ ਕਰਨਾ ਚਾਹੁੰਦਾ ਹੈ, ਆਬਜੈਕਟਿਵ ਆਫ ਹਿਊਮਨ ਲਾਈਫ ਨੂੰ ਅਚੀਵ ਕਰਨਾ ਚਾਹੁੰਦਾ ਹੈ। whoever that individual is, ਉਹਨਾਂ ਨੂੰ ਕੋਈ ਵੀ ਐਕਸਕਿਊਜ਼ ਨਹੀਂ ਆ, ਉਹਨਾਂ ਕੋਲ ਸਿੰਪਲੀਫਾਈਡ ਵੇ ਦੇ ਨਾਲ with multiple styles and experiences and examples ਗੁਰਬਾਣੀ ਨੂੰ ਡਾਕੂਮੈਂਟ ਕੀਤਾ ਗਿਆ, ਤਾਂ ਕਿ ਅੱਜ ਸਾਡੇ ਵਰਗੇ ਲੋਕਾਂ ਨੂੰ ਗੁਰਬਾਣੀ ਤੋਂ ਸਪੋਰਟ ਮਿਲ ਸਕੇ ਤੇ ਅਸੀਂ ਉਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਆਪਣੇ ਮਨੁੱਖਾ ਜੀਵਨ ਦੇ ਉਦੇਸ਼ ਨੂੰ ਪੂਰਾ ਕਰ ਸਕੀਏ। ਇਹਦੇ ਨਾਲ ਅਸੀਂ ਅੱਜ ਦਾ ਸੈਸ਼ਨ ਇੱਥੇ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।